है? नहीं मैं हटा देना। सर ये अलग अलग फैमिलीज हैं, इनके पास वर्दी वाली फोटोग्राफ्स हैं। जी अरे आप मीडिया वाला कर ले। अब मिसिंग अपने 14 रह गए। 14 फोन करना मैं जिनके बच्चे मिसिंग हैं की कहोगे? देखो जी गल ये है कि ये सब लोग ਜਿਹੜੇ ਹੈਗੇ ਹੈ ਪੰਜਾਬ ਦੇ ਵੀ ਹੈ, ਉੱਤਰ ਪ੍ਰਦੇਸ਼ ਦੇ ਵੀ ਹੈ, ਹੋਰਾਂ ਰਾਜਾਂ ਦੇ ਵੀ ਹੈ। ਇਹਨਾਂ ਦੇ ਬੱਚੇ ਕੰਮ ਦੀ ਤਲਾਸ਼ ਦੇ ਵਿੱਚ ਮਲੇਸ਼ੀਆ, ਸਿੰਗਾਪੁਰ ਹੋਰ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਸੀ, ਲੇਕਿਨ ਏਜੰਟਾਂ ਨੇ ਇਹਨਾਂ ਤੋਂ ਪੈਸੇ ਲੈ ਕੇ ਇਹਨਾਂ ਨੂੰ ਉਤਾਰਤਾ ਰਸ਼ੀਆ ਦੇ ਵਿੱਚ। ਔਰ ਰਸ਼ੀਆ ਦੇ ਵਿੱਚ ਜਦੋਂ ਕੰਮ ਨਹੀਂ ਮਿਲਿਆ ਤਾਂ ਫਿਰ ਇਹਨਾਂ ਦੀ ਸਰਕਾਰ ਨਾਲ ਗੱਲਬਾਤ ਕਰਕੇ ਉਹਨਾਂ ਨੇ ਉੱਥੇ, ਉਹ ਹਿੰਦੁਸਤਾਨ ਦੇ ਲੋਕ ਹੀ ਸੀ ਜਿਹੜੇ ਇਹਨਾਂ ਨੂੰ ਉੱਥੇ ਲੈ ਕੇ ਗਏ। ਉਹਨਾਂ ਦੇ ਚੰਗੇ ਕਾਰੋਬਾਰ ਹੈ, ਹੋਟਲਸ ਹੈ, ਇੱਕ ਤਾਂ ਬੰਗਾਲ ਦਾ ਹੈ, ਇੱਕ ਪੰਜਾਬ ਦਾ ਵੀ ਸੀਗਾ। ਸੋ ਇਹਨਾਂ ਲੋਕਾਂ ਤੋਂ ਪੈਸੇ ਲੈ ਕੇ ਤੇ ਫਿਰ ਆਰਮੀ ਦੇ ਵਿੱਚ ਇਹਨਾਂ ਨੂੰ ਉੱਥੇ ਧੱਕੇ ਨਾਲ ਟ੍ਰੇਨਿੰਗ ਦੇ ਕੇ, ਕਈ ਲੋਕਾਂ ਦੀ ਲੱਤ ਫਿਟਨੈਸ ਵੀ ਨਹੀਂ ਸੀ, ਉਹਨਾਂ ਨੂੰ ਕੁੱਟਿਆ ਗਿਆ, ਮਾਰਿਆ ਗਿਆ। ਔਰ ਜਿਹੜੀ ਟ੍ਰੇਨਿੰਗ 5 ਸਾਲ ਲੱਗਦੇ ਨੇ ਉਹਨੂੰ 15 ਦਿਨਾਂ ਦੇ ਵਿੱਚ ਕੰਪਲੀਟ ਕਰਕੇ ਇਹਨਾਂ ਨੂੰ ਉੱਥੋਂ ਦੀ ਆਰਮੀ ਦੀ ਵਰਦੀ ਪਹਿਨਾ ਦਿੱਤੀ ਗਈ। ਆ ਫੋਟੋਗ੍ਰਾਫ ਸਾਡੇ ਕੋਲ ਹੈਗੀਆਂ ਕੁਝ, ਜਿੱਥੇ ਹਿੰਦੁਸਤਾਨੀਆਂ ਨੂੰ ਰਸ਼ੀਅਨ ਆਰਮੀ ਦੀ, ਆ ਤੁਹਾਨੂੰ ਦਿਖਾ ਰਹੇ ਆ ਸਾਰੇ, ਇਹਨਾਂ ਦੇ ਕੋਲੇ ਗਨਸ ਵੀ ਹੈਗੀਆਂ, ਇਹਨਾਂ ਦੇ ਹੱਥ ਦੇ ਵਿੱਚ ਆ ਸਾਰੇ ਪਕੜਾ ਦਿੱਤੀ ਗਈ ਤੇ ਆਰਮੀ 'ਚ ਭਰਤੀ ਕਰ ਦਿੱਤਾ ਗਿਆ। ਆਰਮੀ 'ਚ ਭਰਤੀ ਕਰਨ ਤੋਂ ਬਾਅਦ ਇਹ ਇੰਟਰਸਟਡ ਨਹੀਂ ਸੀ, ਧੱਕੇ ਨਾਲ ਇਹਨਾਂ ਨੂੰ ਉੱਥੇ ਲੜਾਈ ਦੇ ਵਿੱਚ ਭੇਜ ਦਿੱਤਾ ਗਿਆ। ਕੁਝ ਲੋਕ ਫੱਟੜ ਫੁੱਟੜ ਹੋ ਗਏ, ਵਾਪਸ ਆ ਗਏ। 126 ਲੋਕ ਗਏ ਸੀ ਟੋਟਲ, ਔਰ ਕੁਝ ਲੋਕ ਮਾਰੇ ਗਏ, ਔਰ 14 ਲੋਕ ਅੱਜ ਵੀ ਲਾਪਤਾ ਹਨ, ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਹੈ। ਪੰਜਾਬ ਤੋਂ ਸਾਡੇ ਨੌਜਵਾਨ ਸਾਥੀ ਨੇ ਜਿਹੜੇ ਖੁਦ ਆਪਣੇ ਭਰਾ ਦੀ ਤਲਾਸ਼ ਦੇ ਵਿੱਚ ਇਹ ਰਸ਼ੀਆ 'ਚ ਵੀਜ਼ਾ ਲੈ ਕੇ ਗਏ, ਰਸ਼ੀਆ 'ਚ ਹਿੰਦੁਸਤਾਨ ਦੀ ਐਮਬੈਸੀ ਨੂੰ ਮਿਲੇ, ਉਹਨਾਂ ਨੇ ਇਹਨਾਂ ਨੂੰ ਪਛਾਣਨ ਤੋਂ ਨਾ ਕਰਤੀ ਔਰ ਕੋਈ ਵੀ ਮਦਦ ਕਰਨ ਤੋਂ ਇਨਕਾਰ ਹੀ ਕਰਤੀ। ਔਰ ਮੈਂ ਪਹਿਲਾਂ ਵੀ ਸਰਕਾਰ ਨੂੰ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਮੁੱਦਾ ਚੱਕਿਆ ਸੀ, ਲੇਕਿਨ ਸਰਕਾਰ ਦੇ ਕੰਨ ਤੇ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਰਕੀ। ਮੈਂ ਦੇਸ਼ ਦੀ ਹੋਮ ਅਫੇਅਰਸ ਕਮੇਟੀ ਦਾ, ਸਟੈਂਡਿੰਗ ਕਮੇਟੀ ਦਾ ਮੈਂਬਰ ਹਾਂ। ਉਹਦੇ ਵਿੱਚ ਮੈਂ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਅਸੀਂ ਸਾਈਬਰ ਕ੍ਰਾਈਮ ਦੇ ਇਸ਼ੂ ਤੇ ਸੱਦਿਆ ਸੀ, ਜਿਹਦੇ ਵਿੱਚ ਮੈਂ ਇਹਨਾਂ ਦਾ ਮੁੱਦਾ ਗੰਭੀਰਤਾ ਦੇ ਨਾਲ ਐਕਸਟਰਨਲ ਅਫੇਅਰ ਮਿਨਿਸਟਰੀ ਦੀ ਜਿਹੜੇ ਮੈਡਮ ਹੈ, ਉਹਨਾਂ ਦਾ ਨਾਮ ਮੇਰੇ ਧਿਆਨ 'ਚ ਨਹੀਂ ਆ ਰਿਹਾ, ਸ਼ੀ ਇਜ਼ ਅ ਐਡੀਸ਼ਨਲ ਸੈਕਟਰੀ ਐਕਸਟਰਨਲ ਅਫੇਅਰ ਮਿਨਿਸਟਰੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਇਸ ਇਸ਼ੂ ਨੂੰ ਗੰਭੀਰਤਾ ਦੇ ਨਾਲ ਇਹਦਾ ਸਮਾਧਾਨ ਕਰਾਂਗੇ, ਮਦਦ ਕਰਾਂਗੇ, ਕਿਉਂਕਿ ਸਾਡੇ ਚੇਅਰਮੈਨ ਨੇ ਵੀ ਗੱਲ ਕੀਤੀ। ਉਸ ਤੋਂ ਬਾਅਦ ਥੋੜੀ ਮੋਟੀ ਹਲਚਲ ਹੋਈ, ਫਿਰ ਇਹਨਾਂ ਨੂੰ ਪੁੱਛਿਆ ਨਹੀਂ ਗਿਆ। ਇਹਨਾਂ ਨੇ ਕਿਹਾ ਸੀ ਕਿ ਅਸੀਂ ਭਾਲਣ ਦੇ ਵਿੱਚ, ਤਲਾਸ਼ ਦੇ ਵਿੱਚ, ਸਰਕਾਰ ਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਲਿਖਿਆ ਵੀ ਹੈ, ਲੇਕਿਨ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਤਾਂ ਹੋਰ ਇਨਫੋਰਮੇਸ਼ਨ ਆਈ ਨਹੀਂ। ਕੱਲ ਮੈਂ ਨੋਟਿਸ ਉੱਥੇ 377 ਵੀ ਲਾਇਆ ਕੋਰਟ ਦੇ ਅੰਦਰ, ਕੱਲ ਮੈਂ ਟੇਬਲ ਤੇ ਰੱਖਿਆ। ਇਹਦਾ ਮੈਨੂੰ ਲਿਖਤੀ ਰਿਪਲਾਈ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਦੇਣਾ ਪਏਗਾ। ਲੋਕ ਸਭਾ ਦੇ ਪਟਲ 'ਚ ਰੱਖਿਆ, ਟੇਬਲ ਤੇ ਰੱਖਿਆ ਕਿ ਇਹਨਾਂ ਲੋਕਾਂ ਦਾ ਕੀ ਕਸੂਰ ਹੈ, ਸਾਨੂੰ ਜਲਦ ਇਹਨਾਂ ਨੂੰ ਭਾਲ ਕੇ ਇਹਨਾਂ ਲੋਕਾਂ ਨੂੰ ਤਲਾਸ਼ ਕੀਤਾ ਜਾਵੇ। ਇੱਕ ਬੰਦੇ ਦੀ ਆ ਫੋਟੋਗ੍ਰਾਫ ਵੀ ਆਈ ਹੈ, ਇਹਨਾਂ ਐਸੇ ਇਹ ਡੈਥ ਵੀ ਹੋ ਗਈ ਹੈ। ਕੁਝ ਲੋਕ ਜਿਹੜੇ ਫੱਟੜ ਹੋਏ ਸੀ, ਆ ਪਹਿਲਾਂ ਲਈ ਇਸ ਬੰਦੇ ਦੀ ਕਲੀਅਰ ਫੋਟੋ ਹੈ, ਜਿਹੜੇ ਬੰਦੇ ਫੱਟੜ ਹੋਏ ਸੀ, ਕੁਝ ਇੰਨੀਆਂ ਆਰਮੀ ਨੇ ਉਹਨਾਂ ਨੂੰ ਪੈਸੇ ਵੈਸੇ ਦਿੱਤੇ, ਉਹਨਾਂ ਦੇ ਕਾਰਡ ਦੇ ਵਿੱਚੋਂ ਉੱਥੋਂ ਦੇ ਜਿਹੜੇ ਏਜੰਟ ਸੀਗੇ ਉਹਨਾਂ ਨੇ ਪੈਸੇ ਵੈਸੇ ਕਢਾ ਲਏ ਗਏ। ਸੋ ਕਹਿਣ ਦਾ ਭਾਵ ਇਹ ਹੈ ਕਿ ਹਿੰਦੁਸਤਾਨ ਦੀ ਸਰਕਾਰ ਇਸ ਮੁੱਦੇ ਤੇ ਗੰਭੀਰ ਨਹੀਂ ਹੈ, ਨਾ ਹੀ
ਜਿਹੜੀਆਂ ਰਾਜ ਸਰਕਾਰਾਂ, ਚਾਹੇ ਉੱਤਰ ਪ੍ਰਦੇਸ਼ ਦੀ ਸਰਕਾਰ ਹੈ, ਚਾਹੇ ਪੰਜਾਬ ਦੀ ਸਰਕਾਰ ਹੈ, ਉਹ ਇਸ ਇਸ਼ੂ ਨੂੰ ਟੇਕ ਅਪ ਕਰ ਰਹੀ ਹੈ। ਬੜਾ ਗੰਭੀਰ ਮੁੱਦਾ ਹੈ। ਇਹਦੀ ਅਸੀਂ ਇਹਨਾਂ ਦੀ ਹਰ ਸੰਭਵ ਮਦਦ ਕਰਨੀ ਹੈ। ਅਗਰ ਹਿੰਦੁਸਤਾਨ ਦੇ ਨਾਗਰਿਕ ਨੂੰ ਅਸੀਂ ਆਪਣੇ ਦੇਸ਼ ਵਾਪਸ ਨਹੀਂ ਲਿਆ ਸਕਦੇ ਔਰ ਬਾਕੀ ਦੇਸ਼ ਹੁਣ ਸਾਡੇ ਸਿਟੀਜ਼ਨਸ ਨੂੰ ਆਪਣੀ ਆਰਮੀ 'ਚ ਵਾਰ 'ਚ ਭੇਜ ਰਿਹਾ ਹੈ, ਤੇ ਇਸ ਤੋਂ ਸ਼ਰਮਨਾਕ ਗੱਲ ਸਾਡੇ ਵਾਸਤੇ ਕੋਈ ਹੋ ਨਹੀਂ ਸਕਦੀ। ਸੋ ਮੈਂ ਇਹਨਾਂ ਨੂੰ ਰਾਹੁਲ ਗਾਂਧੀ ਜੀ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ। ਇਹਨਾਂ ਸਾਰੇ ਪਰਿਵਾਰਾਂ ਨੂੰ ਅੱਜ ਮੈਂ ਉਹਨਾਂ ਦੇ ਆਫਿਸ 'ਚ ਗੱਲ ਕੀਤੀ ਹੈ। ਅੱਜ ਉਹਨਾਂ ਦਾ ਸ਼ਡਿਊਲ ਕਾਫੀ ਟਾਈਟ ਸੀਗਾ। ਹੋ ਸਕਦਾ ਸਵੇਰ ਜਦੋਂ ਸਾਨੂੰ ਟਾਈਮ ਮਿਲ ਗਿਆ ਇੱਕ ਅੱਧੇ ਦਿਨ 'ਚ ਅਸੀਂ ਇਹਨਾਂ ਪਰਿਵਾਰਾਂ ਨੂੰ, ਮੈਂ ਰਾਹੁਲ ਗਾਂਧੀ ਨੂੰ ਮਿਲਾਉਂਗਾ ਤਾਂ ਜੋ ਉਹ ਇਹਨਾਂ ਦੀ ਗੱਲ ਦੇਸ਼ ਦੀ ਲੋਕ ਸਭਾ 'ਚ ਵਿੱਚ ਔਰ ਆਪੋਜੀਸ਼ਨ ਦੇ ਕੰਨਾਂ ਤੱਕ, ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ। ਸੋ ਇਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਮੈਂ ਇਹ ਵੀ ਇਹਨਾਂ ਨੂੰ ਕਿਹਾ ਕਿ ਜਿਹੜੇ ਲੋਕ ਪੰਜਾਬ ਨਾਲ ਸੰਬੰਧ ਰੱਖਦੇ ਨੇ, ਕਿਉਂਕਿ ਮੈਂ ਪੰਜਾਬ ਦਾ ਮੈਂਬਰ ਆਫ ਪਾਰਲੀਮੈਂਟ ਹੈ, ਮੇਰੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ, ਅਗਰ ਇਹ ਬਾਹਰ ਜਾਣਾ ਚਾਹਣਗੇ ਤਾਂ ਉਹਦੇ ਵਾਸਤੇ ਅਸੀਂ ਟਿਕਟ ਦਾ ਜਾਂ ਇੱਧਰ ਉੱਧਰ ਹੋਰ ਇਹਨਾਂ ਨੂੰ ਜੋ ਆਪਣੀ ਜੇਬ 'ਚੋਂ ਮਦਦ ਹੋ ਸਕੀ ਉਹ ਅਸੀਂ ਕਰਾਂਗੇ। ਲੇਕਿਨ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਦੀ ਸਰਕਾਰ ਤੇ ਹਿੰਦੁਸਤਾਨ ਦੀ ਸਰਕਾਰ ਇਹਨਾਂ ਸਿਟੀਜ਼ਨਸ ਦੇ ਬਾਰੇ ਕੋਈ ਸੋਚ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਨਹੀਂ ਹੈ। ਕੱਲ ਨੂੰ ਕੋਸ਼ਿਸ਼ ਕਰਕੇ ਐਕਸਟਰਨਲ ਅਫੇਅਰ ਮਿਨਿਸਟਰ ਨੂੰ, ਜੈ ਸ਼ੰਕਰ ਜੀ ਨੂੰ ਮੈਂ ਮਿਲਣ ਦੀ ਕੋਸ਼ਿਸ਼ ਕਰਾਂਗਾ ਔਰ ਕੁਝ ਇਹਨਾਂ ਦੇ ਪਰਿਵਾਰਾਂ ਨੂੰ ਵੀ ਮਿਲਾਵਾਂਗੇ, ਸ਼ਾਇਦ ਕੋਈ ਸਮਾਧਾਨ ਮਿਲ ਸਕੇ। ਸੋ ਇਹ ਸਾਰੀ ਜਿਹੜਾ ਅਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਲੋਕਾਂ ਦੀ ਲੜਾਈ ਲੜਾਂਗੇ ਔਰ ਉਹਨਾਂ ਚਿਰ ਲੜਦੇ ਰਵਾਂਗੇ ਜਿੰਨਾ ਚਿਰ ਇਹਨਾਂ ਦੇ ਪਰਿਵਾਰਾਂ ਦਾ ਕੁਝ ਅਤਾ ਪਤਾ ਮਿਲ ਨਹੀਂ ਜਾਂਦਾ। ਹਾਂ, ਮੈਂ ਤਾਂ ਕਿਹਾ ਹੈ, ਇਹ ਹੱਥ ਪੱਲਾ ਨਹੀਂ, ਇਹ ਤਾਂ ਉੱਥੇ ਗਏ, ਉਹਨਾਂ ਦੇ ਕੋਲੇ ਆਪ ਜਾ ਕੇ ਇਹਨਾਂ ਨੇ ਦੱਸਿਆ ਸਾਡੇ ਨਾਲ ਘਟਨਾਕ੍ਰਮ ਹੈ। ਉੱਥੋਂ ਦੀ ਅੰਬੈਸੀ ਨੇ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਮਦਦ ਕਰਨ ਤੋਂ ਇਨਕਾਰ ਕਰਤਾ। ਇਹ ਜਾ ਕੇ ਆਇਆ ਖੁਦ ਇੰਡੀਅਨ ਅੰਬੈਸੀ ਜਿਹੜੀ ਰਸ਼ੀਆ ਦੇ ਵਿੱਚ ਹੈਗੀ ਹੈ। ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ? ਆਪ ਖਰਚਾ ਤੇ ਹੁਣੇ ਵੀਜ਼ਾ ਵਿਚਾਰਿਆਂ ਨੇ ਦੁਬਾਰੇ ਅਪਲਾਈ ਕੀਤਾ ਹੋਇਆ ਕਿ ਸਾਨੂੰ ਵੀਜ਼ਾ ਮਿਲੇਗਾ ਤੇ ਫਿਰ ਅਸੀਂ ਟਿਕਟ ਦੇ ਪੈਸੇ ਇਕੱਠੇ ਕੁੱਠੇ ਕਰਕੇ, ਪਹਿਲਾਂ ਤਾਂ ਆਪਣੇ ਪੈਸੇ ਲੈ ਕੇ ਏਜੰਟ ਖਾ ਗਏ, ਲੁੱਟਿਆ ਗਿਆ ਜ਼ਮੀਨਾਂ ਵੇਚ ਕੇ, ਹੁਣ ਦੁਬਾਰਾ ਇਹ ਉਹਨਾਂ ਦੀ ਤਲਾਸ਼ 'ਚ ਜਾ ਕੇ ਆਏ ਹੈ। ਹੁਣ ਪਰਿਵਾਰ ਵਾਲੇ ਵੀ ਨਹੀਂ ਮਿਲਦੇ ਤੇ ਦੁਬਾਰਾ ਫੇਰ ਪੈਸੇ ਪੂਸੇ ਇਕੱਠੇ ਕਰਕੇ ਸਭ ਲੋਕ ਇਹ ਭਾਲਣ ਜਾਣਗੇ ਆਪਦੇ ਪਰਿਵਾਰਾਂ ਨੂੰ। तो मेरा एक गुजारिश है हिंदुस्तान की गवर्नमेंट नूं और पंजाब की गवर्नमेंट नूं और राज्य सरकारां नूं, चाहे उत्तर प्रदेश की सरकार है, कि इस गल ते गौर फरमा के इन्हां दे नाल इंसाफ दिवाया जाए। जैसे हम आज फिर राजा वड़िंग जी से मिलने आए थे दूसरी बार, हमारी मांग तो बैचुअली यही है कि हम खुद जो है रशिया जाना चाहते हैं। तो इन्होंने बोला है कि हाँ हमारी हेल्प करेंगे। तो हमारी मांग हम पीएम साहब से भी है कि जो हमारे बच्चे इतने टाइम से मिसिंग है, जिस पे वो शायद गौर नहीं फरमा रहे हैं, बार बार हम रिक्वेस्ट कर रहे हैं। अभी सर के ज़रिए हम उनसे अपनी बात जहाँ पहुँचाने की कोशिश कर रहे हैं, उनके ज़रिए कांग्रेस नेता जो हैं हमारे प्रधान है पंजाब के, तो उनके ज़रिए मैं बात रखने की कोशिश कर रहा हूँ, जहाँ पहुँचाने की कोशिश कर रहा हूँ कि जो हमारे देश के प्रधानमंत्री जी हैं, जो इन बच्चों को, जहाँ मेरा भाई हैं उसमें तो उनको वहाँ से जल्द वहाँ से निकाला जाए। जहाँ उनकी कोई जो न्यूज़ है, जहाँ कोई भी एनी अपडेट जो है वो जल्द से जल्द हमको प्रोवाइड करवाई जाए। अगर ऐसा भी नहीं हो रहा है तो हमको कम से कम जाने का, जो अब हम खुद ढूंढना चाहते हैं, तो हमको कम से कम खर्चा तो दिया जाए, जहाँ हमारे वीज़े वगैरह करवा दिए जाए, जहाँ जो भी हमको फैसिलिटी वो दे सकते हैं। क्योंकि हम तो खुद अपने बच्चों को ढूंढ कर परेशान हो चुके हैं और बार बार रिक्वेस्ट करके विदेश मंत्रालय जाकर हम बहुत ही ज़्यादा परेशान और बिल्कुल लाचार भी हो चुके हैं। क्योंकि हमारे पास ना तो फाइनेंशियली कुछ है और ना ही परिवारों की आसें अब ख़त्म हो रही थी। तो सर से हम मिले, पिछली बार जैसे मिले, काफ़ी आस जो उन्होंने जगाई है कि हाँ हम आपका जो मामला है वो विदेश मंत्रालय तक लेके जाएंगे। आपके परिवार से कब गए थे, कौन गया था? सर मेरा छोटा भाई है मनदीप कुमार, वो जनवरी 2023 में गया, 24 में गया था। उसके साथ मेरी जो लास्ट बात है 3 मार्च 2024 की हुई है। उसके बाद आज तक उसका कोई पता नहीं है कि वो है अभी या नहीं है, या है तो किस हालात में है। एक बार आप वहाँ पर भी गए हैं देखने, वहाँ पर किस तरीके की जो प्रतिक्रिया है वो देखने के लिए मिली है?
सर वहाँ जैसे सर ने आपको बताया कि वहाँ जो भारतीय विदेश भारतीय दूतावास है मॉस्को हमारा रशिया में, तो उन्होंने हेल्प करने से बिल्कुल ही हाथ खड़े कर दिए, क्योंकि यहाँ से मुझको आश्वासन दे के भेजा गया था। भारतीय जो विदेश मंत्रालय है उनसे आश्वासन मिला था कि मुझको कि ये आपकी पूरी हेल्प करेंगे, मगर ऐसा कुछ भी वहाँ पे हुआ नहीं। जैसे ही मैं उनको पूछा कि मिनिस्ट्री ऑफिस कहाँ है या आप मेरे साथ चलेंगे, तो उन्होंने बिल्कुल ही मदद करने से इनकार कर दिया था कि हम आपकी यहाँ पे कोई मदद नहीं कर सकते। अगर बात करें ਮੈਂ ਜੀ 2024 'ਚ ਗਿਆ ਸੀ ਅਪ੍ਰੈਲ 'ਚ ਤੇ ਉਸ ਤੋਂ ਬਾਅਦ ਜਦੋਂ ਭਰਤੀ ਕਰ ਲਿਆ ਗਿਆ ਸਾਨੂੰ ਮਈ 'ਚ ਅੱਗੇ ਭੇਜ ਦਿੱਤਾ ਗਿਆ ਯੂਕਰੇਨ। ਉੱਥੇ 4.5 ਮਹੀਨੇ ਜੰਗ ਦੇ ਵਿੱਚ ਹੀ ਰਹੇ, ਬਿਲਕੁਲ ਫਰੰਟ ਲਾਈਨ ਤੇ। ਬਹੁਤ ਔਖੇ ਹਾਲਾਤ ਸੀ ਉੱਥੇ। ਸੋ ਉੱਥੋਂ ਚਲੋ ਅਸੀਂ ਤਾਂ ਵਾਪਸ ਆ ਗਏ ਜੀ ਸਤੰਬਰ 'ਚ। ਤੇ ਕੁਛ ਉੱਥੇ ਫੈਮਲੀਜ਼ ਬਾਕੀ ਨੇ, ਜਿਹੜੇ ਲੜਕੇ ਗਏ ਨੇ 14 ਮਿਸਿੰਗ ਨੇ ਅਜੇ ਵੀ। ਅਸੀਂ ਰਾਜਾ ਵੜਿੰਗ ਸਾਹਿਬ ਜੀ ਕੋ ਅੱਗੇ ਵੀ ਆਏ ਸੀ ਆਪਣਾ 21 ਜੂਨ ਨੂੰ, ਤੇ ਇਹਨਾਂ ਨੇ ਕੋਈ ਮੁੱਦਾ ਵੀ ਚੁੱਕਿਆ ਸਾਡਾ ਉੱਥੇ ਲੋਕ ਸਭਾ ਦੇ ਵਿੱਚ। ਸੋ ਆਸ ਹੈ ਸਾਨੂੰ ਇਹਨਾਂ ਤੋਂ, ਇਹਨਾਂ ਨੇ ਸਾਨੂੰ ਸਾਡੀ ਹੈਲਪ ਕਰਨ ਦੀ ਵੀ ਗੱਲ ਕੀਤੀ ਹੋਈ ਹੈ कि जितनी हो सकती तो है। मांग क्या है आप लोगों की? मांग यही है जी, बस हमारे जो बच्चे हैं वहाँ से वो वापस आ जाएं, और ये जो एजेंट्स हैं इनके खिलाफ अभी कितने लोग कार्रवाई। फंसे हुए हैं? भी 14 हैं जी वहाँ पे।